ਵਿਰਾਸਤ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ। ਮੈਂ ਰਮਨ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦਾ ਦਿਨ ਇਤਿਹਾਸ ਵਿੱਚ। ਸੋ ਦੋਸਤੋ, ਅੱਜ ਹੈ 21 ਅਕਤੂਬਰ। ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ 21 ਅਕਤੂਬਰ ਨਾਲ ਜੁੜੀਆਂ ਘਟਨਾਵਾਂ ਬਾਰੇ, ਜਿਨ੍ਹਾਂ ਦਾ ਸੰਬੰਧ ਪੰਜਾਬ ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜਿਆ ਹੋਇਆ ਹੈ। ਸੋ ਸਭ ਤੋਂ ਪਹਿਲਾਂ ਜ਼ਿਕਰ ਹੈ ਸਾਲ 2002 ਨੂੰ ਪੰਜਾਬੀ ਕਵੀ, ਆਲੋਚਕ, ਸੰਸਕ੍ਰਿਤਕ, ਟੀਕਾਕਾਰ ਤੇ ਅਨੁਵਾਦਕ ਡਾਕਟਰ ਹਰਭਜਨ ਸਿੰਘ ਦਾ ਦੇਹਾਂਤ ਹੋਇਆ। ਡਾਕਟਰ ਹਰਭਜਨ ਸਿੰਘ ਇੱਕ ਪੰਜਾਬੀ ਕਵੀ, ਆਲੋਚਕ, ਸੰਸਕ੍ਰਿਤਕ, ਟੀਕਾਕਾਰ ਤੇ ਅਨੁਵਾਦਕ ਸੀ। ਅੰਮ੍ਰਿਤਾ ਪ੍ਰੀਤਮ ਦੇ ਨਾਲ ਹਰਭਜਨ ਨੂੰ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸਿਹਰਾ ਜਾਂਦਾ ਹੈ। ਉਸਨੇ ਰੇਗਿਸਤਾਨ ਵਿੱਚ ਲੱਕੜਹਾਰਾ ਸਮੇਤ 17 ਕਾਵਿ ਸੰਗ੍ਰਹਿ, ਸਾਹਿਤਿਕ ਇਤਿਹਾਸ ਦੇ 19 ਕੰਮ ਤੇ ਅਰਸਤੂ, ਸੋਫੋਕਲੀਜ਼, ਰਵਿੰਦਰਨਾਥ ਟੈਗੋਰ ਤੇ ਰਿਗਵੇਦ ਵਿੱਚੋਂ 94 ਟੋਟਿਆਂ ਸਮੇਤ 14 ਅਨੁਵਾਦ ਦੇ ਕੰਮ ਪ੍ਰਕਾਸ਼ਿਤ ਕੀਤੇ ਨੇ। ਨਾ ਧੁੱਪੇ ਨਾ ਸ਼ਾਮੇ ਲਈ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਹੈ। ਜੇ ਗੱਲ ਕਰੀਏ ਉਹਨਾਂ ਦੇ ਮੁੱਢਲੇ ਜੀਵਨ ਤੇ ਸਿੱਖਿਆ ਬਾਰੇ, ਤਾਂ ਡਾਕਟਰ ਹਰਭਜਨ ਸਿੰਘ ਦਾ ਜਨਮ ਲਾਮਡਿੰਗ, ਅਸਾਮ ਵਿੱਚ 18 ਅਗਸਤ 1920 ਨੂੰ ਗੰਗਾ ਦੇਵੀ ਤੇ ਗੰਡਾ ਸਿੰਘ ਦੇ ਘਰ ਹੋਇਆ ਸੀ। ਪਰਿਵਾਰ ਨੂੰ ਲਾਹੌਰ ਜਾਣਾ ਪਿਆ, ਜਿੱਥੇ ਉਹਨਾਂ ਨੇ ਗਵਾਲ ਮੰਡੀ ਵਿੱਚ 2 ਮਕਾਨ ਖਰੀਦੇ ਸਨ। ਉਹ ਅਜੇ 1 ਸਾਲ ਦਾ ਵੀ ਨਹੀਂ ਸੀ ਹੋਇਆ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਫਿਰ ਉਹ ਮਸਾਂ 4 ਸਾਲ ਦਾ ਹੋਇਆ ਸੀ ਕਿ ਉਸਦੀ ਮਾਂ ਤੇ 2 ਭੈਣਾਂ ਦੀ ਮੌਤ ਹੋ ਗਈ। ਉਸਨੂੰ ਉਹਦੀ ਮਾਂ ਦੀ ਛੋਟੀ ਭੈਣ, ਜੋ ਇਸ਼ਰਾ ਲਾਹੌਰ ਵਿੱਚ ਰਹਿੰਦੀ ਸੀ, ਉਸਨੇ ਪਾਲਿਆ। ਉਹ ਸਥਾਨਕ ਡੀਏਵੀ ਸਕੂਲ ਵਿੱਚ ਪੜ੍ਹਿਆ ਸੀ ਤੇ ਬਹੁਤ ਛੋਟੀ ਉਮਰ ਤੋਂ ਹੀ ਇੱਕ ਜ਼ਹੀਨ ਵਿਦਿਆਰਥੀ ਸੀ, ਪਰ ਪੈਸੇ ਦੀ ਤੰਗੀ ਕਾਰਨ ਆਪਣੀ ਪੜ੍ਹਾਈ ਨੂੰ ਰੋਕਣਾ ਪਿਆ। ਉਹ ਲਾਹੌਰ ਵਿੱਚ ਇੱਕ ਹੋਮਿਓਪੈਥੀ ਕੈਮਿਸਟ ਦੀ ਦੁਕਾਨ ਤੇ ਇੱਕ ਸੇਲਸਮੈਨ ਦਾ, ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਇੱਕ ਕਲਰਕ ਦਾ ਤੇ ਫਿਰ ਖਾਲਸਾ ਸਕੂਲ ਨਵੀਂ ਦਿੱਲੀ ਵਿੱਚ ਇੱਕ ਸਹਾਇਕ ਲਾਇਬ੍ਰੇਰੀਅਨ ਦਾ ਕੰਮ ਕੀਤਾ। ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਸ ਕੋਲ ਅੰਗਰੇਜ਼ੀ ਤੇ ਹਿੰਦੀ ਸਾਹਿਤ ਦੀਆਂ 2 ਡਿਗਰੀਆਂ ਸਨ, ਦੋਨੋਂ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀਆਂ। ਉਸ ਦਾ PhD ਥੀਸਿਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ ਵਿਮਰਸ਼ ਸੀ। ਉਸਦੇ 3 ਬੇਟਿਆਂ ਵਿੱਚੋਂ ਇੱਕ ਮਦਨ ਗੋਪਾਲ ਸਿੰਘ ਗਾਇਕ ਤੇ ਵਿਦਵਾਨ ਹੈ। ਹੁਣ ਜਾਣਦੇ ਹਾਂ ਭਾਰਤ ਬਾਰੇ। ਸਾਲ 1943 ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਇੱਕ ਭਾਰਤੀ ਰਾਸ਼ਟਰਵਾਦੀ ਸਨ, ਜਿਨ੍ਹਾਂ ਦੀ ਦੇਸ਼ ਭਗਤੀ ਨੇ ਉਹਨਾਂ ਨੂੰ ਭਾਰਤ ਵਿੱਚ ਨਾਇਕ ਬਣਾ ਦਿੱਤਾ ਸੀ। ਪਰ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਤੇ ਜਾਪਾਨੀ ਸਾਮਰਾਜ ਦੀ ਮਦਦ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਨਾਲ ਇੱਕ ਵੱਖਰੀ ਵਿਰਾਸਤ ਛੱਡ ਗਏ। ਮਾਨਯੋਗ ਨੇਤਾ ਜੀ ਨਾਮਯੋਗੇ ਬਰਤਾਨਵੀ ਭਾਰਤ ਦੇ ਸਪੈਸ਼ਲ ਬਿਊਰੋ ਦੇ ਭਾਰਤ ਵਿਚਲੇ ਭਾਰਤੀ ਸਿਪਾਹੀਆਂ ਦੁਆਰਾ 1940 ਦੇ ਸ਼ੁਰੂ ਵਿੱਚ ਤੇ ਬਰਲਿਨ ਵਿੱਚ ਭਾਰਤ ਦੇ ਵਿਸ਼ੇਸ਼ ਬਿਊਰੋ ਵਿੱਚ ਜਰਮਨ ਤੇ ਭਾਰਤੀ ਅਧਿਕਾਰੀਆਂ ਦੁਆਰਾ ਦਿੱਤਾ ਗਿਆ ਸੀ, ਨੂੰ ਬਾਅਦ ਵਿੱਚ ਭਾਰਤ ਭਰ ਵਿੱਚ ਵਰਤਿਆ ਗਿਆ ਸੀ। 1920 ਤੇ 1930 ਦੇ ਦਹਾਕੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ ਰੈਡੀਕਲ ਵਿੰਗ ਦੇ ਨੇਤਾ ਬਣੇ ਤੇ 1938 ਤੇ 1939 ਵਿੱਚ ਕਾਂਗਰਸ ਦੇ ਪ੍ਰਧਾਨ ਬਣੇ। ਹਾਲਾਂਕਿ ਮਹਾਤਮਾ ਗਾਂਧੀ ਤੇ ਕਾਂਗਰਸ ਹਾਈ ਕਮਾਂਡ ਨਾਲ ਮਤਭੇਦ ਕਰਕੇ 1939 ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਸਾਲ 1940 ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਉਹਨਾਂ ਨੂੰ ਬ੍ਰਿਟਿਸ਼ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਮੁੱਢਲੇ ਜੀਵਨ ਬਾਰੇ। ਸੁਭਾਸ਼ ਚੰਦਰ ਬੋਸ ਨੇ 10ਵੀਂ ਦਾ ਇਮਤਿਹਾਨ ਕਟਕ ਵਿੱਚ ਪਾਸ ਕੀਤਾ ਤੇ ਫਿਰ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲ ਹੋਇਆ। ਇੱਥੇ ਇੱਕ ਹੋਟੇਨ ਨਾਮ ਦਾ ਅੰਗਰੇਜ਼ ਪ੍ਰੋਫੈਸਰ ਭਾਰਤੀਆਂ ਬਾਰੇ ਹਮੇਸ਼ਾ ਬੇਇੱਜ਼ਤੀ ਭਰੇ ਸ਼ਬਦ ਬੋਲਦਾ ਸੀ। ਇੱਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿੱਚ ਕਲਾਸ ਵਿੱਚ ਹੀ ਉਸਦੇ ਇੱਕ ਥੱਪੜ ਮਾਰ ਦਿੱਤਾ। ਇਸ ਕਾਰਨ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਫਿਰ ਉਸਨੇ ਸਕਟਿਸ ਚਰਚ ਕਾਲਜ ਵਿੱਚੋਂ BA ਆਨਰਜ਼ ਕੀਤੀ ਤੇ 1919 ਵਿੱਚ ਉਚੇਰੀ ਸਿੱਖਿਆ ਲਈ ਇੰਗਲੈਂਡ ਚਲਾ ਗਿਆ। ਉੱਥੇ 8 ਮਹੀਨਿਆਂ ਦੇ ਸੀਮਿਤ ਜਿਹੇ ਸਮੇਂ ਵਿੱਚ ਉਸਨੇ ਇੰਡੀਅਨ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕਰ ਲਿਆ। ਸੁਭਾਸ਼ ਚੰਦਰ ਬੋਸ, ਜਿਨ੍ਹਾਂ ਨੂੰ ਭਾਰਤ ਦੇ ਲੋਕ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਨੇ, ਆਜ਼ਾਦ ਹਿੰਦ ਫੌਜ ਦੇ ਬਾਨੀ ਸਨ। ਉਸਨੇ ਅੰਗਰੇਜ਼ੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ ਉੱਪਰ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ ਸੀ। ਜੇ ਗੱਲ ਕਰੀਏ ਉਹਨਾਂ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਬਾਰੇ, ਤਾਂ ਅਪ੍ਰੈਲ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਨੇ ਸਾਰੇ ਪਾਸੇ ਤਰਥਲ ਮਚਾ ਦਿੱਤੀ। ਸੁਭਾਸ਼ ਚੰਦਰ ਬੋਸ 1921 ਵਿੱਚ ਕਾਂਗਰਸ ਦੇ ਨੇਤਾ ਬਣ ਗਏ। ਉਹਨਾਂ ਦਿਨਾਂ ਵਿੱਚ ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਚਲਾਈ ਹੋਈ ਸੀ।
1921 ਵਿੱਚ ਇੰਗਲੈਂਡ ਦਾ ਸ਼ਹਿਜ਼ਾਦਾ ਭਾਰਤ ਆਇਆ। ਨੇਤਾ ਜੀ ਦੀ ਜ਼ਿੰਮੇਵਾਰੀ ਲਾਈ ਗਈ ਕਿ ਜਦ ਪ੍ਰਿੰਸ ਆਫ ਵੇਲਜ਼ ਕਲਕੱਤਾ ਆਵੇ ਤਾਂ ਸ਼ਹਿਰ ਵਿੱਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ ਤੇ ਹੋਈ। ਸ਼੍ਰੀ ਸੁਭਾਸ਼ ਚੰਦਰ ਬੋਸ ਤੇ ਹੋਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 8 ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਵਿੱਚ ਉਹ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਤੇ 1930 ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। ਸਾਲ 1938 ਵਿੱਚ 51ਵੇਂ ਇਜਲਾਸ ਵਿੱਚ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਅੱਗੇ ਜ਼ਿਕਰ ਹੈ ਸਾਲ 1951 ਦਾ। ਰਾਸ਼ਟਰੀ ਪਾਰਟੀ ਭਾਰਤੀ ਜਨਸੰਘ ਦੀ ਨੀਂਹ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦਿੱਲੀ ਵਿੱਚ ਰੱਖੀ। ਸ਼ਿਆਮਾ ਪ੍ਰਸਾਦ ਮੁਖਰਜੀ ਇੱਕ ਭਾਰਤੀ ਸਿਆਸਤਦਾਨ ਸਨ। ਉਹਨਾਂ ਨੇ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਵਿੱਚ ਉਦਯੋਗ ਤੇ ਸਪਲਾਈ ਮੰਤਰੀ ਵਜੋਂ ਸੇਵਾ ਨਿਭਾਈ। ਨਹਿਰੂ ਨਾਲ ਤਕਰਾਰ ਤੋਂ ਬਾਅਦ ਸ਼ਿਆਮਾ ਪ੍ਰਸਾਦ ਨੇ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਤਿਆਗ ਦਿੱਤਾ ਤੇ 1951 ਵਿੱਚ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ। ਜੇ ਗੱਲ ਕਰੀਏ ਉਹਨਾਂ ਦੇ ਜੀਵਨ ਬਾਰੇ ਤਾਂ ਸ਼ਿਆਮਾ ਪ੍ਰਸਾਦ ਦਾ ਜਨਮ 6 ਜੁਲਾਈ 1901 ਵਿੱਚ ਕਲਕੱਤਾ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਸਰ ਆਸ਼ੂਤੋਸ਼ ਮੁਖਰਜੀ ਸੀ, ਜਿਹੜੇ ਫੋਰਟ ਵਿਲੀਅਮ ਵਿੱਚ ਉੱਚ ਅਦਾਲਤ ਵਿੱਚ ਜੱਜ ਤੇ ਕਲਕੱਤਾ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਸਨ। ਉਸਦੀ ਮਾਤਾ ਜੋਗਾ ਮਾਇਆ ਦੇਵੀ ਮੁਖਰਜੀ ਸੀ। ਉਮਾ ਪ੍ਰਸਾਦ ਮੁਖੋਪਾਧਿਆ ਉਸਦਾ ਛੋਟਾ ਭਰਾ ਸੀ, ਜਿਹੜਾ ਕਿ ਹਿਮਾਲਿਆ ਪ੍ਰੇਮੀ ਤੇ ਮਸ਼ਹੂਰ ਲੇਖਕ ਸੀ। ਅੱਗੇ ਜ਼ਿਕਰ ਹੈ 1925 ਦਾ। ਭਾਰਤ ਦਾ ਸਿਆਸਤਦਾਨ ਸੁਰਜੀਤ ਸਿੰਘ ਬਰਨਾਲਾ ਦਾ ਜਨਮ ਹੋਇਆ। ਸੁਰਜੀਤ ਸਿੰਘ ਬਰਨਾਲਾ ਭਾਰਤ ਦੇ ਇੱਕ ਸਿਆਸਤਦਾਨ ਸਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਤਾਮਿਲਨਾਡੂ, ਉੱਤਰਾਖੰਡ, ਆਂਧਰਾ ਪ੍ਰਦੇਸ਼ ਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਸਾਬਕਾ ਰਾਜਪਾਲ ਤੇ ਇੱਕ ਸਾਬਕਾ ਯੂਨੀਅਨ ਮੰਤਰੀ ਨੇ। ਜੇ ਗੱਲ ਕਰੀਏ ਉਹਨਾਂ ਦੀ ਮੁੱਢਲੀ ਜ਼ਿੰਦਗੀ ਬਾਰੇ ਤਾਂ ਬਰਨਾਲਾ ਦਾ ਜਨਮ ਅਤੇਲੀ ਹਰਿਆਣਾ ਵਿੱਚ ਹੋਇਆ ਸੀ। ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਦੇ ਜੰਮਪਲ ਬਰਨਾਲਾ ਨੇ 1946 ਵਿੱਚ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਪਾਸ ਕੀਤਾ। ਲਖਨਊ ਵਿੱਚ ਉਸਨੇ 1942 ਦੇ ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲਿਆ ਸੀ। ਬਾਅਦ ਵਿੱਚ ਉਸਨੇ ਕੁਝ ਸਾਲ ਲਈ ਵਕਾਲਤ ਕੀਤੀ ਤੇ 60ਵਿਆਂ ਦੇ ਅਖੀਰਲੇ ਸਾਲਾਂ ਵਿੱਚ ਸਿਆਸੀ ਤੌਰ ਤੇ ਸਰਗਰਮ ਹੋ ਗਿਆ। ਅਕਾਲੀ ਦਲ ਵਿੱਚ ਵੱਡਾ ਆਗੂ ਬਣ ਗਿਆ। ਵੈਸੇ ਉਹ ਪਹਿਲੀ ਵਾਰ 1952 ਵਿੱਚ ਚੋਣ ਲੜਿਆ ਸੀ, ਪਰ ਮਾਤਰ 4 ਵੋਟਾਂ ਨਾਲ ਹਾਰ ਗਿਆ ਸੀ। ਇੱਕ ਝਾਤ ਕੈਨੇਡਾ ਤੇ। ਸਾਲ 1988 ਰੌਬੀ ਰੌਬਰਟਸਨ ਦੀ ਸਵੈ ਸਿਰਲੇਖ ਐਲਬਮ ਨੂੰ ਯੂਨਾਈਟਿਡ ਵਿੱਚ ਗੋਲਡ ਪ੍ਰਮਾਣਿਤ ਕੀਤਾ ਗਿਆ। ਰਾਜ ਐਲਬਮ ਦੀ ਵਿਕਰੀ ਕੈਨੇਡਾ ਦੇ ਸਭ ਤੋਂ ਮਸ਼ਹੂਰ ਗਿਟਾਰਿਸਟਾਂ ਵਿੱਚੋਂ ਇੱਕ, ਗਾਇਕ, ਗੀਤਕਾਰ ਤੇ ਨਿਰਮਾਤਾ, ਕੈਨੇਡਾ ਵਿੱਚੋਂ 2 ਲੱਖ ਤੋਂ ਵੱਧ ਕਾਪੀਆਂ ਦੇ ਰੌਬਰਟਸਨ ਨੇ ਸਾਲ ਦੇ ਪੁਰਸ਼ ਗਾਇਕ ਸਾਲ ਦੀ ਐਲਬਮ ਲਈ ਯੂਨੋ ਅਵਾਰਡ ਹਾਸਲ ਕੀਤੇ। ਮੋਹੋਕ ਤੇ ਯਹੂਦੀ ਵਿਰਾਸਤ ਵਿੱਚੋਂ ਰੌਬਰਟਸਨ 1960 ਦੇ ਦਹਾਕੇ ਦੌਰਾਨ ਕੈਨੇਡੀਅਨ ਅਮਰੀਕਨ ਰੌਕ ਸਮੂਹ ਬੈਂਡ ਦੇ ਮੈਂਬਰ ਵਜੋਂ ਪ੍ਰਸਿੱਧੀ ਪ੍ਰਾਪਤ ਕਰ ਗਿਆ, ਜਿਸ ਲਈ ਉਸਨੇ ਦੀ ਵੇਟ, ਦੀ ਨਾਈਟ, ਓਡਰ, ਓਲਡ ਡਿਕਸੀ ਡਾਊਨ ਸਮੇਤ ਕਈ ਕਲਾਸਿਕ ਗੀਤ ਲਿਖੇ ਤੇ ਅਪ ਐਂਡ ਕ੍ਰਿਪਲ ਕ੍ਰੀਕ ਉਸਦੀਆਂ ਬਾਅਦ ਦੀਆਂ ਐਲਬਮਾਂ, ਜਿਨ੍ਹਾਂ ਵਿੱਚ ਮੂਲ ਅਮਰੀਕੀਆਂ ਲਈ ਸੰਗੀਤ ਤੇ ਰੈਡ ਬੁਆਏ ਦੇ ਅੰਡਰਵਰਲਡ ਤੋਂ ਸੰਪਰਕ ਸ਼ਾਮਲ ਨੇ ਹੋਰ ਆਦੀਵਾਸੀ ਸੰਗੀਤਕਾਰਾਂ ਦੇ ਨਾਲ ਸਹਿਯੋਗ ਨੂੰ ਪ੍ਰਦਰਸ਼ਿਤ ਕੀਤਾ ਤੇ ਮੁੱਖ ਧਾਰਾ ਦੇ ਬਾਜ਼ਾਰਾਂ ਵਿੱਚ ਆਦੀਵਾਸੀ ਸੰਗੀਤ ਦੀ ਮਾਨਤਾ ਵਧਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਕੈਨੇਡਾ ਦੇ ਪ੍ਰਸਿੱਧ ਸਿਆਸਤਦਾਨ ਬ੍ਰਾਇਨ ਟੌਬਿਨ ਦਾ ਜਨਮ ਵੀ ਇਸੇ ਹੀ ਦਿਨ 1954 ਨੂੰ ਹੋਇਆ ਸੀ ਤੇ ਸਾਲ 1975 ਵਿੱਚ ਰੈਪਰ ਸੇਨ ਮੈਡਚਾਈਲਡ ਬੰਟਿੰਗ ਜਨਮੇ ਸਨ। ਇੱਕ ਪੰਛੀ ਝਾਤ ਵਿਸ਼ਵ ਤੇ। ਸਾਲ 1805 ਸਪੇਨ ਵਿੱਚ ਟ੍ਰਾਫਾਲਗਾਰ ਨਾਂ ਦੀ ਬੰਦਰਗਾਹ ਵਿੱਚ ਹੋਈ ਲੜਾਈ ਵਿੱਚ ਬਰਤਾਨੀਆ ਦੀਆਂ ਫੌਜਾਂ ਨੇ ਨੈਪੋਲੀਅਨ ਦੀਆਂ ਫ੍ਰੈਂਚ ਤੇ ਸਪੈਨਿਸ਼ ਫੌਜਾਂ ਨੂੰ ਹਰਾਇਆ। ਸਾਲ 1879 ਥਾਮਸ ਐਡੀਸਨ ਨੇ ਬਿਜਲੀ ਦੇ ਬਲਬ ਦੀ ਪਹਿਲੀ ਨੁਮਾਇਸ਼ ਕੀਤੀ। ਸਾਲ 1914 ਕੈਨੇਡਾ ਵਿੱਚ ਮੇਵਾ ਸਿੰਘ ਲੋਪੋਕੇ ਨੇ ਹੌਪਕਿੰਸਨ ਨੂੰ ਅਦਾਲਤ ਵਿੱਚ ਕਤਲ ਕੀਤਾ। ਅੱਗੇ ਜ਼ਿਕਰ ਹੈ 1939 ਦਾ। ਜਰਮਨ ਨਾਲ ਜੰਗ ਲੱਗ ਜਾਣ ਮਗਰੋਂ ਬਰਤਾਨੀਆ ਦੀ ਵਜ਼ਾਰਤ ਨੇ ਆਪਣੀ ਪਹਿਲੀ ਮੀਟਿੰਗ ਧਰਤੀ ਹੇਠਲੇ ਜੰਗੀ ਕੈਮਰੇ ਵਿੱਚ ਕੀਤੀ। ਸਾਲ 1945 ਫਰਾਂਸ ਵਿੱਚ ਔਰਤਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਮਿਲਿਆ। ਅੱਗੇ ਜ਼ਿਕਰ ਹੈ 1950 ਦਾ। ਚੀਨੀ ਫੌਜਾਂ ਨੇ ਤਿੱਬਤ ਉੱਤੇ ਹਮਲਾ ਕਰ ਦਿੱਤਾ। ਸਾਲ 1986 ਲੈਬਨਾਨ ਵਿੱਚ ਈਰਾਨ ਪੱਖੀ ਗੁਰੀਲਿਆਂ ਨੇ ਅਮਰੀਕਨ ਲੇਖਕ ਐਡਵਰਡ ਟ੍ਰੇਸੀ ਨੂੰ ਅਗਵਾ ਕਰ ਲਿਆ, ਜਿਸ ਨੂੰ ਅਖੀਰ 4 ਸਾਲ ਮਗਰੋਂ ਅਗਸਤ 1990 ਵਿੱਚ ਰਿਹਾ ਕਰ ਦਿੱਤਾ। ਸਾਲ 1986 ਅਮਰੀਕਾ ਨੇ ਰੂਸ ਦੇ 55 ਡਿਪਲੋਮੈਟਾਂ ਨੂੰ ਮੁਲਕ ਛੱਡਣ ਦਾ ਹੁਕਮ ਦਿੱਤਾ। ਅੱਗੇ ਜ਼ਿਕਰ ਹੈ 1772 ਦਾ।
अंग्रेजी कवि ਸਾਹਿਤ ਆਲੋਚਕ ਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ ਦਾ ਜਨਮ ਹੋਇਆ। ਸਾਲ 1833 ਸਵੀਡਿਸ਼ ਰਸਾਇਣ ਸ਼ਾਸਤਰੀ ਨੋਬਲ ਪੁਰਸਕਾਰ ਦਾ ਸੰਸਥਾਪਕ ਐਲਫਰੈਡ ਨੋਬਲ ਦਾ ਜਨਮ ਹੋਇਆ। ਸਾਲ 1840 रूसी ਭਾਰਤ ਵਿਗਿਆਨੀ ਇਵਾਨ ਮਿਨਾਯੇਵ ਦਾ ਜਨਮ ਹੋਇਆ। ਸਾਲ 1940 ਬ੍ਰਾਜ਼ੀਲ ਦਾ ਫੁੱਟਬਾਲ ਖਿਡਾਰੀ ਪੇਲੇ ਦਾ ਜਨਮ ਹੋਇਆ। ਅੱਗੇ ਜ਼ਿਕਰ ਹੈ 1943 ਦਾ। पाकिस्तानी लिखारी पत्रकार ते फिल्मकार तारिक अली का जन्म होया। साल 1952 बरतानिया का हिंदी साहित्यकार कहानीकार ते नाटककार तेजेंद्र शर्मा का जन्म होया। अगे जिक्र है 1931 का। उर्दू शायर ते गल्प नाटक ते वार्तक लेखक मिर्जा हादी रुसवा का देहांत होया। सो ये सन अज 21 अक्तूबर नाल संबंधित पंजाब सिख तवारीख ते देश दुनिया नाल जुड़ियां घटनावां जिन्हां दी सांझ तुहाडे नाल पाई गई है। मिलदे हां 22 अक्तूबर दे इतिहास नाल। मैनूं रमन सिद्धू नूं दिओ इजाजत। सत श्री अकाल।